ਸੁਪਨਾ ਦੇਖੋ ਪਰ ਦਿਨ ਵਿੱਚ। ਦੋਸਤੋ, ਜੀਵਨ ਬਹੁਤ ਛੋਟਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਬਾਰੇ ਸੋਚੀਏ ਤਾਂ, ਪਰ ਜੀਵਨ ਬਹੁਤ ਵੱਡਾ ਹੈ ਜੇ ਅਸੀਂ ਜੀਵਨ ਦੀ ਜ਼ਿੰਦਗੀ ਬਾਰੇ ਸੋਚੀਏ। ਸਾਡੀ ਆਪਣੀ ਜ਼ਿੰਦਗੀ 70-80 ਸਾਲ ਦੀ ਹੋ ਸਕਦੀ ਹੈ, ਪਰ ਜ਼ਿੰਦਗੀ ਤਾਂ ਕਰੋੜਾਂ ਸਾਲ ਦੀ ਹੈ। ਇੱਥੇ ਮੇਰੇ ਦਿਮਾਗ 'ਚ ਇੱਕ ਸਵਾਲ ਉੱਠ ਰਿਹਾ ਹੈ, ਸ਼ਾਇਦ ਤੁਹਾਡੇ ਦਿਮਾਗ 'ਚ ਕਦੇ-ਕਦੇ ਉੱਠਦਾ ਹੋਏਗਾ ਕਿ ਮੇਰੀ ਜ਼ਿੰਦਗੀ ਸਿਰਫ ਮੇਰੀ ਜ਼ਿੰਦਗੀ ਹੈ। ਸਥਾਈ ਤੌਰ 'ਤੇ ਦੇਖਣ ਤੋਂ ਤਾਂ ਲੱਗਦਾ ਹੈ, ਪਰ ਸੱਚ ਇਹ ਹੈ ਕਿ ਸੱਚ ਇਹੀ ਨਹੀਂ ਹੈ। ਸਾਡੀ ਆਪਣੀ ਜ਼ਿੰਦਗੀ ਤਾਂ ਲੱਖਾਂ ਸਾਲਾਂ ਤੋਂ ਚੱਲੀ ਆ ਰਹੀ ਜ਼ਿੰਦਗੀ ਦੀ ਇੱਕ ਛੋਟੀ ਜਿਹੀ ਲੜੀ ਹੈ। ਉਹ ਪਿਛਲੀ ਲੜੀ ਨਾਲ ਜੁੜੀ ਹੋਈ ਹੈ, ਨਾਲ ਹੀ ਅੱਗੇ ਦੀ ਲੜੀ ਨੂੰ ਆਪਣੇ ਨਾਲ ਜੋੜੀ ਬੈਠੀ ਹੈ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਬਣਾਉਣ ਬਾਰੇ ਸੋਚਦੇ ਹਾਂ, ਜਦੋਂ ਅਸੀਂ ਆਪਣੀ ਜ਼ਿੰਦਗੀ ਦੀਆਂ ਸਫਲਤਾਵਾਂ ਬਾਰੇ ਸੋਚਦੇ ਹਾਂ, ਜ਼ਿਆਦਾਤਰ ਇਹ ਹੁੰਦਾ ਹੈ ਕਿ ਅਸੀਂ ਇਹਨਾਂ ਸਾਰਿਆਂ ਦਾ ਨਿਰਧਾਰਨ ਆਪਣੀ ਜ਼ਿੰਦਗੀ ਦੀਆਂ ਚਾਰੇ ਹੱਦਾਂ 'ਚ ਕਰਨ ਲੱਗਦੇ ਹਾਂ। ਪਰ ਜੇ ਅਸੀਂ ਇਹੀ ਮੰਨ ਲਈਏ ਕਿ ਸਾਡੀ ਜ਼ਿੰਦਗੀ ਸਿਰਫ ਸਾਡੀ ਜ਼ਿੰਦਗੀ ਨਹੀਂ, ਸਗੋਂ ਕਰੋੜਾਂ ਸਾਲਾਂ ਤੋਂ ਚੱਲੀ ਆ ਰਹੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਪੜਾਅ ਹੀ ਹੈ, ਉਦੋਂ ਸਾਡੇ ਸੋਚਣ ਸਮਝਣ ਦਾ ਤੌਰ ਤਰੀਕਾ ਬਿਲਕੁਲ ਬਦਲ ਜਾਂਦਾ ਹੈ। ਸਾਡਾ ਨਜ਼ਰੀਆ ਤੰਗ ਦਿਲੀ ਦੀ ਸੀਮਾ ਲੰਘ ਕੇ ਅਸੀਮਤ ਹੋ ਜਾਂਦਾ ਹੈ। ਜਦੋਂ ਅਸੀਂ ਇਸ ਅਸੀਮਤ ਜ਼ਿੰਦਗੀ ਜਿਹਦੀ ਕੋਈ ਸੀਮਾ ਨਹੀਂ ਬਾਰੇ ਸੋਚਦੇ ਹਾਂ ਤਾਂ ਸੱਚ ਪੁੱਛੋ ਉਦੋਂ ਹੀ ਗੱਲ ਬਣਦੀ ਹੈ। ਮੇਰੀ ਕੋਸ਼ਿਸ਼ ਹੋਏਗੀ ਕਿ ਇਸ 'ਚ ਮੈਂ ਜੀਵਨ ਦੇ ਜ਼ਿਆਦਾ ਪੱਖਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਤਾਂ ਕਿ ਤੁਹਾਡੀ ਜ਼ਿੰਦਗੀ ਦੀਆਂ ਉਹ ਜ਼ਿਆਦਾਤਰ ਗੱਲਾਂ ਬਣਨ ਲੱਗਣ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋ, ਉਹ ਬਣਨ। ਪੜ੍ਹਨ ਦੌਰਾਨ ਤੁਸੀਂ ਇਸ ਕਿਤਾਬ ਨੂੰ ਹੌਲੀ-ਹੌਲੀ ਇੱਕ ਸੰਪੂਰਨ ਸਫਲਤਾ ਦਾ ਜਾਇਜ਼ਾ ਲੈਣ ਵਾਲੀ ਕਿਤਾਬ ਦੇ ਰੂਪ 'ਚ ਹਾਸਲ ਕਰਦੇ ਜਾਓਗੇ। ਤੁਸੀਂ, ਮੈਂ ਤੇ ਆਪਾਂ ਸਾਰੇ ਅਕਸਰ ਦੂਜਿਆਂ ਬਾਰੇ ਸੋਚਦੇ ਰਹਿੰਦੇ ਹਾਂ, ਖੂਬ ਸੋਚਦੇ ਹਾਂ ਅਸੀਂ ਦੂਜਿਆਂ ਦੇ ਬਾਰੇ। ਭਾਵੇਂ ਅਸੀਂ ਆਪਣੇ ਬਾਰੇ ਵੀ ਸੋਚਦੇ ਹਾਂ, ਪਰ ਅਜਿਹਾ ਕਦੇ-ਕਦੇ ਹੀ ਹੁੰਦਾ ਹੈ। ਅਤੇ ਜਦੋਂ ਕਦੇ-ਕਦੇ ਅਜਿਹਾ ਹੁੰਦਾ ਹੈ ਤਾਂ ਜ਼ਿਆਦਾਤਰ ਅਸੀਂ ਆਪਣੇ ਬਾਰੇ ਨਕਾਰਾਤਮਕ ਹੀ ਸੋਚਦੇ ਹਾਂ। ਅਸੀਂ ਆਪਣੇ ਬਾਰੇ ਜੋ ਕੁਝ ਵੀ ਸੋਚਦੇ ਹਾਂ ਉਹਦੇ ਕੇਂਦਰ 'ਚ ਸ਼ੱਕ, ਅਵਿਸ਼ਵਾਸ ਦੀ ਭਾਵਨਾ ਪ੍ਰਮੁੱਖ ਹੁੰਦੀ ਹੈ। ਨਹੀਂ ਤਾਂ ਜ਼ਿਆਦਾਤਰ ਤਾਂ ਅਸੀਂ ਦੂਜਿਆਂ ਬਾਰੇ ਹੀ ਸੋਚਦੇ ਹਾਂ, ਅਤੇ ਦੂਜਿਆਂ ਬਾਰੇ ਜੋ ਕੁਝ ਵੀ ਸੋਚਦੇ ਹਾਂ ਉਸ ਵਿੱਚ ਦੋਵੇਂ ਹੀ ਗੱਲਾਂ ਰਹਿੰਦੀਆਂ, ਉਮੀਦ ਅਤੇ ਸ਼ੱਕ, ਅਤੇ ਸਕਾਰਾਤਮਕਤਾ ਅਤੇ ਨਕਾਰਾਤਮਕਤਾ। ਸਾਡੀ ਜ਼ਿੰਦਗੀ ਦੀ ਸ਼ੁਰੂਆਤ ਸਾਡੀਆਂ ਇਹਨਾਂ ਹੀ ਸੋਚਾਂ ਤੋਂ ਹੁੰਦੀ ਹੈ। ਜਾਂ ਤਾਂ ਅਸੀਂ ਜਿਵੇਂ ਸੋਚਦੇ ਹਾਂ ਉਵੇਂ ਬਣ ਜਾਂਦੇ ਹਾਂ, ਅਤੇ ਜਾਂ ਫਿਰ ਅਸੀਂ ਜਿਵੇਂ ਬਣੇ ਹੋਏ ਹਾਂ ਉਵੇਂ ਹੀ ਸੋਚਣ ਲੱਗਦੇ ਹਾਂ। ਇਹ ਦੋਵੇਂ ਹੀ ਗੱਲਾਂ ਸੱਚ ਹੈ। ਕੁਦਰਤ ਰਾਹੀਂ ਅਸੀਂ ਜਿਵੇਂ ਬਣਾਏ ਗਏ ਹਾਂ ਉਵੇਂ ਹੀ ਸੋਚਦੇ ਹਾਂ। ਜਾਨਵਰਾਂ 'ਤੇ, ਰੁੱਖ ਦਰੱਖਤ 'ਤੇ ਪੂਰੀ ਤਰ੍ਹਾਂ ਨਾਲ ਇਹੀ ਗੱਲ ਲਾਗੂ ਹੁੰਦੀ ਹੈ ਕਿ ਉਹਨਾਂ ਨੂੰ ਜਿਵੇਂ ਬਣਾਇਆ ਗਿਆ ਹੈ ਉਵੇਂ ਹੀ ਸੋਚ ਸਕਣਗੇ, ਬਸ਼ਰਤੇ ਕਿ ਉਹਨਾਂ 'ਚ ਸੋਚਣ ਦੀ ਸਮਰੱਥਾ ਹੋਵੇ। ਇਹ ਤਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਕੋਲ ਸੋਚਣ ਸਮਝਣ ਦੀ ਸਮਰੱਥਾ ਬਹੁਤ ਸੀਮਤ ਹੁੰਦੀ ਹੈ। ਇਹ ਓਨਾ ਹੀ ਸੋਚ ਸਮਝ ਸਕਦੇ ਆ ਜਿੰਨਾ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਵੱਧ ਕੁਝ ਨਹੀਂ। ਕਾਂ ਚਲਾਕ ਪੰਛੀ ਹੈ, ਪਰ ਉਹਦੀ ਚਲਾਕੀ ਸਿਰਫ ਉੱਥੋਂ ਤੱਕ ਹੀ ਸੀਮਤ ਹੈ ਜਿੱਥੋਂ ਤੱਕ ਕਿ ਉਹ ਆਪਣੇ ਵੱਲ ਪੱਥਰ ਸੁੱਟੇ ਜਾਣ ਤੋਂ ਖੁਦ ਨੂੰ ਬਚਾ ਸਕੇ। ਅਜਿਹਾ ਨਹੀਂ ਕਿ ਕੁਝ ਅਜਿਹਾ ਸੋਚ ਸਮਝ ਸਕੇ ਕਿ ਮੈਂ ਵੀ ਕੋਇਲ ਵਾਂਗ ਗਾਵਾਂਗਾ। ਪਰ ਮਨੁੱਖ ਇਹਨਾਂ ਸਭ ਨਾਲੋਂ ਅਲੱਗ ਹੈ, ਇੱਕਦਮ ਹੀ ਅਲੱਗ। ਸ਼ੁਰੂਆਤ ਵਿੱਚ ਤਾਂ ਅਸੀਂ ਉਵੇਂ ਹੀ ਸੋਚ ਪਾਉਂਦੇ ਹਾਂ ਜਿਵੇਂ ਕੁਦਰਤ ਨੇ ਸਾਨੂੰ ਬਣਾਇਆ ਸੀ, ਪਰ ਸਾਨੂੰ ਇਸ ਮਿਹਣੇ 'ਚ ਰੱਬ ਨੇ ਇੱਕ ਅਦਭੁਤ ਵਰਦਾਨ ਦੇ ਰੱਖਿਆ। ਅਸੀਂ ਆਪਣੀ ਇਸ ਸੋਚ ਨੂੰ ਬਦਲ ਸਕਦੇ ਹਾਂ। ਸਾਡੀ ਇਸ ਸੋਚ ਦਾ ਸਟੀਅਰਿੰਗ ਸਾਡੇ ਹੱਥਾਂ 'ਚ ਹੈ। ਅਸੀਂ ਇਹਨੂੰ ਜਿਸ ਦਿਸ਼ਾ 'ਚ ਵੀ ਚਾਹੀਏ ਮੋੜਨ 'ਚ ਯੋਗ ਹਾਂ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਜੋ ਹਾਂ ਉਹ ਨਹੀਂ ਹਾਂ, ਸਗੋਂ ਮੈਂ ਕੁਝ ਹੋਰ ਬਣਨਾ ਚਾਹੁੰਦਾ, ਤਾਂ ਤੁਸੀਂ ਇੰਝ ਕਰ ਸਕਦੇ ਹੋ। ਅਤੇ ਤੁਸੀਂ ਇਹ ਵਿਸ਼ਵਾਸ ਰੱਖੋ ਕਿ ਜਦੋਂ ਤੁਸੀਂ ਇਸ ਤਰ੍ਹਾਂ ਸੋਚਣ ਲੱਗੋਗੇ, ਹੌਲੀ-ਹੌਲੀ ਤੁਸੀਂ ਉਹੀ ਬਣ ਜਾਓਗੇ ਜੋ ਤੁਸੀਂ ਬਣਨਾ ਚਾਹੁੰਦੇ ਹੋ। ਭਾਵੇਂ ਉੱਪਰੀ ਤੌਰ 'ਤੇ ਪੜ੍ਹਨ ਤੋਂ ਤਾਂ ਇਹ ਗੱਲ ਥੋੜ੍ਹੀ ਔਖੀ, ਉਲਝੀ ਹੋਈ, ਭੇਦ ਨਾਲ ਭਰੀ ਹੋਈ, ਅਵਿਸ਼ਵਾਸਯੋਗ ਲੱਗਦੀ ਹੈ, ਪਰ ਵਿਸ਼ਵਾਸ ਰੱਖੋ ਇਹਦੇ ਪਿੱਛੇ ਇੱਕ ਬਹੁਤ ਸੋਚਿਆ ਸਮਝਿਆ, ਜਾਂਚਿਆ ਪਰਖਿਆ ਮਨੋਵਿਗਿਆਨ ਕੰਮ ਕਰਦਾ ਹੈ। ਇਹ ਮਨੋਵਿਗਿਆਨ ਅੱਜ ਦਾ ਹੀ ਮਨੋਵਿਗਿਆਨ ਨਹੀਂ ਹੈ, ਸਗੋਂ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਮਨੁੱਖ ਦੀ ਜ਼ਿੰਦਗੀ ਦੀ ਜਾਂਚ ਪੜਤਾਲ ਤੋਂ ਕੱਢਿਆ ਗਿਆ ਮਨੋਵਿਗਿਆਨ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਸ 'ਤੇ ਅਵਿਸ਼ਵਾਸ ਕਰਨ ਦਾ ਕੋਈ ਕਾਰਨ ਮੌਜੂਦ ਹੀ ਨਹੀਂ। ਹਾਂ, ਸ਼ੁਰੂਆਤ 'ਚ ਇਹ ਗੱਲ ਥੋੜ੍ਹੀ ਉਲਝੀ ਜਿਹੀ ਔਖੀ ਲੱਗਦੀ ਹੈ, ਤਾਂ ਉਹ ਜ਼ਰਾ ਦੇਖੋ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇੱਥੇ ਮੇਰੇ ਮਨ 'ਚ ਇੱਕ ਛੋਟਾ ਜਿਹਾ ਦਵੰਦ ਹੈ ਜਿਹਨੂੰ ਮੈਂ ਦੱਸਣਾ ਚਾਹੁੰਦਾ। ਹੋ ਸਕਦਾ ਇਹ ਦਵੰਦ ਤੁਹਾਡੇ ਅੰਦਰ ਨਾ ਹੋਵੇ, ਪਰ ਮੇਰੇ ਅੰਦਰ ਹੈ। ਦਵੰਦ ਇਹ ਹੈ ਕਿ ਜੋ ਸੁਪਨੇ ਅਸੀਂ ਦੇਖਦੇ ਹਾਂ ਉਹਦੇ ਅਨੁਸਾਰ ਸਾਡੇ ਵਿਚਾਰ ਬਣਦੇ ਹੈ, ਜਾਂ ਫਿਰ ਇੰਝ ਹੁੰਦਾ ਹੈ ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਉਵੇਂ ਹੀ ਸਾਨੂੰ ਸੁਪਨੇ ਆਉਂਦੇ ਹੈ।
ਮੈਂ ਅਜੇ ਤੱਕ ਇਸ ਬਾਰੇ ਬਹੁਤ ਜ਼ਿਆਦਾ ਸਪਸ਼ਟ ਨਹੀਂ ਹੋ ਸਕਿਆ, ਪਰ ਮੇਰਾ ਝੁਕਾਅ ਇਸ ਗੱਲ ਵੱਲ ਵੱਧ ਹੈ ਕਿ ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਆ ਉਵੇਂ ਸਾਡੇ ਸੁਪਨੇ ਬਣਦੇ ਆ। ਤੁਸੀਂ ਵੀ ਮਹਿਸੂਸ ਕੀਤਾ ਹੋਏਗਾ, ਅਸੀਂ ਪੂਰਾ ਦਿਨ ਜਿਨ੍ਹਾਂ ਕੰਮਾਂ 'ਚ ਉਲਝੇ ਰਹਿੰਦੇ ਹਾਂ, ਜੋ ਕਰਦੇ ਹਾਂ, ਜਿਨ੍ਹਾਂ ਬਾਰੇ ਸੋਚਦੇ ਰਹਿੰਦੇ ਹਾਂ ਜਾਂ ਜਿਨ੍ਹਾਂ ਬਾਰੇ ਡਰੇ ਰਹਿੰਦੇ ਹਾਂ, ਲਗਭਗ ਉਹੀ ਗੱਲਾਂ ਆਪਣਾ ਰੂਪ ਬਦਲ ਕੇ ਰਾਤ 'ਚ ਸਾਡੇ ਸੁਪਨਿਆਂ 'ਚ ਆਉਂਦੀਆਂ। ਸਾਡੇ ਦਿਨ ਦੇ ਜੀਵਨ ਦਾ ਅਸਰ ਸਾਡੀ ਰਾਤ ਦੀ ਚੇਤਨਾ 'ਤੇ ਪੈਂਦਾ ਹੈ। ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਸਾਨੂੰ ਅਜਿਹੇ ਬਹੁਤ ਸਾਰੇ ਸੁਪਨੇ ਆਉਂਦੇ ਆ ਜਿਨ੍ਹਾਂ ਦਾ ਸਾਡੀ ਰੋਜ਼ਮर्रा ਦੀ ਜ਼ਿੰਦਗੀ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਸਵਾਲ ਇਹ ਹੈ ਕਿ ਫਿਰ ਇਹ ਸੁਪਨੇ ਆਏ ਕਿੱਥੋਂ? ਇਹਦਾ ਜਵਾਬ ਲੱਭਣਾ ਆਸਾਨ ਨਹੀਂ ਹੈ। ਕੁਝ ਇਹਨੂੰ ਪੂਰਵ ਜਨਮ ਦੇ ਸੰਸਕਾਰਾਂ ਤੋਂ ਆਇਆ ਮੰਨਦੇ ਹੈ, ਕੁਝ ਇਹਨੂੰ ਦਬੀਆਂ ਹੋਈਆਂ ਇੱਛਾਵਾਂ ਤੋਂ ਪੈਦਾ ਹੋਇਆ ਮੰਨਦੇ ਹੈ, ਕੁਝ ਇਹਨੂੰ ਅਵਚੇਤਨ ਮਨ 'ਚੋਂ ਉਪਜਿਆ ਮੰਨਦੇ ਹੈ। ਸੱਚਾਈ ਭਾਵੇਂ ਜੋ ਵੀ ਹੋਵੇ, ਪਰ ਇੰਨਾ ਤਾਂ ਸਹੀ ਹੈ ਕਿ ਸਾਡੇ ਸੁਪਨਿਆਂ ਦਾ ਸੰਬੰਧ ਯਥਾਰਥ ਜੀਵਨ ਨਾਲ ਹੀ ਨਹੀਂ ਹੁੰਦਾ, ਸਗੋਂ ਸਾਡੇ ਕਾਲਪਨਿਕ ਜੀਵਨ ਨਾਲ ਵੀ ਹੁੰਦਾ ਹੈ। ਤੁਸੀਂ ਸੋਚ ਰਹੇ ਹੋਗੇ, ਭਲਾ ਇੱਥੇ ਸੁਪਨੇ ਦੀ ਗੱਲ ਦੀ ਕੀ ਜ਼ਰੂਰਤ ਸੀ? ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਇਸ ਰੂਪ 'ਚ ਦੇਣਾ ਚਾਹਾਂਗਾ, ਜਿਵੇਂ ਸਾਡੇ ਵਿਚਾਰ ਹੁੰਦੇ ਆ ਉਵੇਂ ਅਸੀਂ ਸੁਪਨੇ ਵੇਖਦੇ ਹਾਂ, ਜਾਂ ਜਿਹੋ ਜਿਹੇ ਅਸੀਂ ਸੁਪਨੇ ਦੇਖਦੇ ਹਾਂ ਉਹੋ ਜਿਹੀ ਸਾਡੇ ਵਿਚਾਰ ਬਣਦੇ ਹੈ। ਹੁਣ ਇਹਦੀ ਅਗਲੀ ਲੜੀ ਇਹ ਹੈ, ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਆ ਉਹੋ ਜਿਹੀ ਅਸੀਂ ਸੁਪਨੇ ਦੇਖਦੇ ਹਾਂ, ਜਾਂ ਜਿਹੋ ਜਿਹੇ ਅਸੀਂ ਸੁਪਨੇ ਵੇਖਦੇ ਹਾਂ ਉਹੋ ਜਿਹੀ ਸਾਡੇ ਵਿਚਾਰ ਬਣਦੇ ਆ। ਜਿੱਥੇ ਮੈਂ ਜਿਸ ਸੁਪਨੇ ਦੀ ਗੱਲ ਕਰ ਰਿਹਾ ਉਹਨੂੰ ਤੁਸੀਂ ਦਿਨ 'ਚ ਦੇਖਿਆ ਜਾਣ ਵਾਲਾ, ਖੁੱਲ੍ਹੀਆਂ ਅੱਖਾਂ ਰਾਹੀਂ ਦੇਖਿਆ ਜਾਣ ਵਾਲਾ ਸੁਪਨਾ ਕਹਿ ਸਕਦੇ ਹੋ। ਸਗੋਂ ਇਹਨੂੰ ਇਹੀ ਸੁਪਨਾ ਕਹਿਣਾ ਜ਼ਿਆਦਾ ਸਹੀ ਹੋਏਗਾ, ਕਿਉਂਕਿ ਦਿਨ 'ਚ ਅਸੀਂ ਜੋ ਵੀ ਸੁਪਨੇ ਦੇਖਦੇ ਹਾਂ ਉਹਨੂੰ ਇੰਝ ਕਹੋ ਕਿ ਖੁੱਲ੍ਹੀਆਂ ਅੱਖਾਂ ਨਾਲ ਆਪਣੇ ਦਿਮਾਗ 'ਚ ਜੋ ਸੁਪਨਾ ਅਸੀਂ ਬੁਣਦੇ ਹਾਂ ਉਹਦੇ ਜੁਲਾਹੇ ਅਸੀਂ ਖੁਦ ਹੁੰਦੇ ਹਾਂ, ਜਦ ਕਿ ਰਾਤ ਦੇ ਸੁਪਨੇ ਦਾ ਜੁਲਾਹਾ ਕੋਈ ਦੂਜਾ ਹੀ ਹੁੰਦਾ ਹੈ। ਇਸ ਲਈ ਸਾਡੀ ਜ਼ਿੰਦਗੀ ਲਈ ਇਹ ਖੁੱਲ੍ਹੀਆਂ ਅੱਖਾਂ ਰਾਹੀਂ ਦੇਖਿਆ ਜਾਣ ਵਾਲਾ ਸੁਪਨਾ ਜ਼ਿਆਦਾ ਮਾਇਨੇ ਰੱਖਦਾ ਹੈ। ਤੁਸੀਂ ਮੇਰੀ ਇਸ ਗੱਲ ਵੱਲ ਗੌਰ ਕਰਦੇ ਹੋਏ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰੋ। ਪਹਿਲਾ, ਕੀ ਤੁਸੀਂ ਸੁਪਨੇ ਨਹੀਂ ਦੇਖਦੇ? ਦੂਜਾ, ਤੇ ਜੇ ਦੇਖਦੇ ਹੋ ਤਾਂ ਕਿਹੋ ਜਿਹੇ ਸੁਪਨੇ ਦੇਖਦੇ ਹੋ? ਮੈਂ ਜਾਣਦਾ ਪਹਿਲੇ ਸਵਾਲ ਦਾ ਜਵਾਬ ਹਾਂ 'ਚ ਹੋਏਗਾ। ਹਰ ਬੱਚਾ ਸੁਪਨਾ ਦੇਖਦਾ, ਹਰ ਵਿਅਕਤੀ ਸੁਪਨਾ ਦੇਖਦਾ। ਅਸੀਂ ਸਾਰੇ ਜਦੋਂ ਸੋਚਣ ਸਮਝਣ ਲਾਇਕ ਹੋ ਜਾਂਦੇ ਹਾਂ ਤਾਂ ਸਾਡੀ ਚੇਤਨਾ ਧਰਤੀ ਨੂੰ ਛੱਡ ਕੇ ਆਕਾਸ਼ 'ਚ ਉੱਡਣ ਲੱਗਦੀ ਹੈ। ਇਹ ਚੇਤਨਾ ਅਜਿਹੀ ਉਡਾਨ ਭਰਦੀ ਹੈ ਕਿ ਸੱਚਮੁੱਚ ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਸੱਚ ਪੁੱਛੋ, ਇਹ ਉਡਾਨ ਐਵੇਂ ਹੀ ਨਹੀਂ ਹੁੰਦੀ। ਇਹ ਪਹਿਲਾਂ ਅਜਿਹਾ ਖੁੱਲ੍ਹੀਆਂ ਅੱਖਾਂ ਰਾਹੀਂ ਦੇਖਿਆ ਜਾਣ ਵਾਲਾ ਸੁਪਨਾ ਹੁੰਦਾ ਹੈ ਜੋ ਸਾਨੂੰ ਇਸ ਗੱਲ ਦਾ ਇਸ਼ਾਰਾ ਦਿੰਦਾ ਹੈ ਕਿ ਮੇਰੇ ਪਿਆਰੇ ਬੱਚੇ, ਤੂੰ ਇੰਝ ਕਰ ਸਕਦਾ ਹੈ। ਅਤੇ ਜੇ ਤੁਸੀਂ ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹੋ ਤਾਂ ਅਜਿਹੇ ਖੁੱਲ੍ਹੀਆਂ ਅੱਖਾਂ ਰਾਹੀਂ ਵੇਖੇ ਜਾਣ ਵਾਲੇ ਸੁਪਨੇ ਤੁਹਾਡੀ ਪਕੜ 'ਚ ਆ ਜਾਣਗੇ। ਵਿਕਾਸਵਾਦ ਦੇ ਸਿਧਾਂਤ ਦੇ ਵਿਚਾਰਕ ਵਿਗਿਆਨਕ ਚਾਰਲਸ ਡਾਰਵਿਨ ਨੂੰ ਉਹਨਾਂ ਦੇ ਮਾਤਾ ਪਿਤਾ ਭੇਜਦੇ ਤਾਂ ਸਨ ਸਕੂਲ ਜਾਣ ਲਈ, ਪਰ ਉਹ ਸਕੂਲ ਛੱਡ ਕੇ ਚਲੇ ਜਾਂਦੇ ਸਨ ਜੰਗਲਾਂ ਵੱਲ, ਅਤੇ ਉੱਥੇ ਰੁੱਖਾਂ ਦਰੱਖਤਾਂ ਪੰਛੀਆਂ ਨਾਲ ਸਮਾਂ ਬਿਤਾਉਂਦੇ ਸੀ। ਨਿਊਟਨ ਬਚਪਨ ਤੋਂ ਹੀ ਗੰਭੀਰ ਪਰ ਦੱਬੂ ਕਿਸਮ ਦੇ ਬਾਲਕ ਸੀ। ਉਹਨਾਂ ਨੂੰ ਝਗੜਾ ਕਰਨ ਤੋਂ ਬਹੁਤ ਡਰ ਲੱਗਦਾ ਸੀ। ਸੁਭਾਸ਼ ਚੰਦਰ ਬੋਸ ਬਚਪਨ 'ਚ ਹੀ ਇੰਨੇ ਗੰਭੀਰ ਸੁਭਾਅ ਦੇ ਸੀ, ਬਗੀਚੇ 'ਚ ਜਾ ਕੇ ਚੁੱਪਚਾਪ ਬੈਠ ਕੇ ਕੁਝ ਸੋਚਣ ਲੱਗਦੇ ਸੀ। ਤੁਸੀਂ ਤਾਂ ਪੜ੍ਹਿਆ ਹੀ ਹੋਏਗਾ, ਸਾਡੇ ਪੂਰਵ ਰਾਸ਼ਟਰਪਤੀ ਅਬਦੁਲ ਕਲਾਮ ਸਾਹਿਬ ਦੀ ਇੱਛਾ ਚਿੜੀਆਂ ਨੂੰ ਉੱਡਦੇ ਹੋਏ ਦੇਖ ਕੇ ਆਕਾਸ਼ 'ਚ ਉੱਡਣ ਦੀ ਹੁੰਦੀ ਸੀ। ਕਿਹਾ ਜਾਂਦਾ ਤੁਲਸੀਦਾਸ ਨੇ ਜਨਮ ਲੈਂਦੇ ਹੀ ਰਾਮ ਸ਼ਬਦ ਦਾ ਉਚਾਰਨ ਕੀਤਾ ਸੀ। ਜੇ ਅਸੀਂ ਇਹਨਾਂ ਲੋਕਾਂ ਨੂੰ, ਇਹਨਾਂ ਆਦਤਾਂ ਤੋਂ ਸੋਚੀਏ ਜਿਨ੍ਹਾਂ ਨੂੰ ਅਸੀਂ ਉਹਨਾਂ ਦਾ ਸੁਪਨਾ ਕਹਿ ਸਕਦੇ ਹਾਂ, ਦੇਖਾਂਗੇ ਅੱਗੇ ਚੱਲ ਕੇ ਇਹੀ ਬਣੇ। ਭਾਵ ਇਹਨਾਂ ਸੁਪਨਿਆਂ 'ਚ ਹੀ, ਇਹਨਾਂ ਆਦਤਾਂ ਵਿੱਚ ਹੀ ਇਹਨਾਂ ਦੇ ਕੰਮਾਂ ਦੇ ਬੀਜ ਲੁਕੇ ਹੋਏ। ਸਾਡੇ ਆਮ ਲੋਕਾਂ 'ਚ ਅਤੇ ਇਹਨਾਂ ਲੋਕਾਂ 'ਚ ਜੋ ਮੂਲ ਫਰਕ ਹੁੰਦਾ ਉਹ ਇਹ ਹੈ ਕਿ ਆਪਣੇ ਇਸ ਮੂਲ ਨੂੰ ਲਗਾਤਾਰ ਪਾਲਦੇ ਪੋਸਦੇ ਰਹਿੰਦੇ ਆ। ਇਸ ਤਰ੍ਹਾਂ ਇੱਕ ਦਿਨ ਇੱਕ ਵੱਡਾ ਰੁੱਖ ਬਣ ਗਿਆ। ਅਸੀਂ ਆਮ ਲੋਕ ਕਰਦੇ ਹਾਂ, ਉਸ ਬੀਜ 'ਚ ਕੁਝ ਦਿਨਾਂ ਤੱਕ ਤਾਂ ਪਾਣੀ ਪਾਉਂਦੇ ਰਹਿੰਦੇ ਹਾਂ, ਇਸ ਤੋਂ ਬਾਅਦ ਇਹਨੂੰ ਛੱਡ ਕੇ ਦੂਜਾ ਪੌਦਾ ਗੱਡ ਦਿੰਦੇ ਹਾਂ, ਫਿਰ ਦੂਜੇ ਨੂੰ ਛੱਡ ਕੇ ਤੀਜਾ। ਨਤੀਜਾ ਇਹ ਹੁੰਦਾ ਵੀ ਛੋਟੇ ਮੋਟੇ ਤਾਂ ਕਈ ਪੌਦੇ ਸਾਡੀ ਜ਼ਿੰਦਗੀ 'ਚ ਦਿਖਾਈ ਦੇਣ ਲੱਗਦੇ ਹੈ, ਪਰ ਵੱਡਾ ਰੁੱਖ ਇੱਕ ਵੀ ਨਹੀਂ ਬਣ ਪਾਉਂਦਾ। ਅਤੇ ਜ਼ਿੰਦਗੀ 'ਚ ਜੋ ਬਣਦੇ ਹੈ ਉਹ ਰੁੱਖ ਤੋਂ ਬਣਦੇ ਆ, ਪੌਦਿਆਂ ਤੋਂ ਨਹੀਂ। ਸ਼ਾਇਦ ਹੁਣ ਸਮਝ ਗਏ ਹੋਗੇ ਕਿ ਮੈਂ ਸੁਪਨੇ ਦੀ ਗੱਲ ਕਿਉਂ ਕਰ ਰਿਹਾ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਜੋ ਸਾਡੀ ਜ਼ਿੰਦਗੀ ਨੂੰ ਹੌਲੀ ਹੌਲੀ ਬਦਲਦੀਆਂ। ਇਹ ਸਾਰਾ ਕੁਝ ਬਹੁਤ ਅੰਦਰੂਨੀ ਤੌਰ 'ਤੇ ਹੁੰਦਾ ਹੈ। ਇਹ ਸੁਨਾਮੀ ਲਹਿਰਾਂ ਦਿਖਾਈ ਦੇਣ ਵਾਲੀਆਂ ਨਹੀਂ ਹੁੰਦੀਆਂ, ਇਹਨਾਂ ਦੇ ਆਉਣ ਦਾ ਪਤਾ ਨਹੀਂ ਚੱਲਦਾ, ਪਰ ਇਹਨਾਂ ਦੀਆਂ ਤਰੰਗਾਂ ਫੈਲ ਕੇ ਸਾਡੀ ਜ਼ਿੰਦਗੀ 'ਚ ਬਹੁਤ ਵੱਧ ਬਦਲਾਅ ਕਰਨ ਦੀ ਤਾਕਤ ਰੱਖਦੀਆਂ। ਸੱਚ ਤਾਂ ਇਹ ਹੈ ਕਿ ਇਹਨਾਂ ਨਾਲ ਸਾਡੀ ਜ਼ਿੰਦਗੀ ਬਣਦੀ ਹੈ, ਬਦਲਦੀ ਵੀ ਹੈ। ਇਹ ਸਭ ਬਹੁਤ ਸੂਖਮ ਰੂਪ 'ਚ ਚੁੱਪਚਾਪ ਅਤੇ ਹੌਲੀ ਹੌਲੀ ਹੁੰਦਾ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਇੱਕ ਪੌਦਾ ਹੌਲੀ ਹੌਲੀ ਵੱਧਦਾ ਰਹਿੰਦਾ ਹੈ। ਕੁਝ ਸਾਲਾਂ ਬਾਅਦ ਅਸੀਂ ਦੇਖਦੇ ਹਾਂ ਪੌਦਾ ਬਣ ਗਿਆ, ਪਰ ਅਸੀਂ ਇਹ ਨਹੀਂ ਜਾਣ ਪਾਉਂਦੇ ਕਿ ਉਹ ਪੌਦਾ ਰੋਜ਼ ਕਿੰਨਾ ਵੱਡਾ ਹੋ ਰਿਹਾ।
ਪਰ ਇੱਕ ਦਿਨ ਤਾਂ ਅਜਿਹਾ ਆਉਂਦਾ ਜਦੋਂ ਸਾਨੂੰ ਇਹ ਕਹਿਣਾ ਪੈਂਦਾ ਹੈ ਕਿ ਇਹ ਵੱਡਾ ਹੋ ਗਿਆ ਹੈ, ਇਹ ਰੁੱਖ ਬਣ ਗਿਆ ਹੈ। ਸਾਡੀ ਜ਼ਿੰਦਗੀ ਵੀ ਠੀਕ ਇਸੇ ਤਰ੍ਹਾਂ ਅੱਗੇ ਵੱਧਦੀ ਹੈ। ਮੈਂ ਜਿਸ ਖੁੱਲ੍ਹੀਆਂ ਅੱਖਾਂ ਰਾਹੀਂ ਦੇਖੇ ਜਾਣ ਵਾਲੇ ਸੁਪਨੇ ਦੀ ਗੱਲ ਕਹੀ ਸੀ, ਉਹਦਾ ਸਰੋਕਾਰ ਇਸ ਗੱਲ ਨਾਲ ਹੈ ਕਿ ਅਸੀਂ ਜਿਹੋ ਜਿਹਾ ਸੁਪਨਾ ਵੇਖਦੇ ਹਾਂ ਉਹਦੇ ਅਨੁਕੂਲ ਸਾਡੇ ਦਿਮਾਗ 'ਚ ਵਿਚਾਰ ਉੱਠਦੇ ਹਨ। ਜਾਂ ਇਹਨੂੰ ਤੁਸੀਂ ਇੰਝ ਕਹਿ ਲਓ ਕਿ ਮੈਂ ਜੋ ਕੁਝ ਬਣਨ ਦੀ ਕਲਪਨਾ ਕਰਦਾ, ਅਗਲੇ ਹੀ ਪਲ ਮੈਂ ਸੋਚਾਂਗਾ ਮੈਂ ਅਜਿਹਾ ਕਿਵੇਂ ਬਣ ਸਕਦਾ। ਜੇ ਕੋਈ ਬੱਚਾ ਗਾਇਕ ਬਣਨਾ ਚਾਹੁੰਦਾ, ਸੋਚੋ ਉਹ ਕੀ ਕਰੇਗਾ। ਉਹਦੀਆਂ ਅੱਖਾਂ 'ਚ ਗਾਇਕ ਦੇ ਸੁਪਨੇ ਤੈਰਨ ਲੱਗਣਗੇ। ਉਹ ਬੈਠਾ ਬੈਠਾ ਸੋਚੇਗਾ ਹਜ਼ਾਰਾਂ ਦੀ ਭੀੜ ਹੈ, ਮੈਂ ਉਹਨਾਂ ਦੇ ਸਾਹਮਣੇ ਗਾ ਰਿਹਾ। ਉਹ ਕਲਪਨਾ 'ਚ ਦੇਖੇਗਾ ਲੋਕ ਉਹਦੇ ਗਾਣੇ ਤੋਂ ਮੋਹਿਤ ਹੋ ਕੇ ਤਾੜੀਆਂ ਵਜਾ ਰਹੇ ਹੈ। ਸਵੇਰੇ ਅਖਬਾਰ ਦੇ ਮੁੱਖ ਪੇਜ 'ਤੇ ਉਹਦਾ ਨਾਂ ਛਪਿਆ, ਉਹਨੂੰ ਥਾਂ ਥਾਂ ਪੁਰਸਕਾਰ ਦਿੱਤੇ ਜਾ ਰਹੇ ਹੈ। ਨੌਜਵਾਨ ਉਹਦਾ ਆਟੋਗ੍ਰਾਫ ਲੈਣ ਨੂੰ ਬੇਤਾਬ ਹੈ। ਇਵੇਂ ਉਹ ਪਤਾ ਨਹੀਂ ਕਿੰਨੀਆਂ ਕਲਪਨਾਵਾਂ ਕਰਨ ਲੱਗੇਗਾ। ਸੁਭਾਵਿਕ ਹੈ, ਇਹ ਉਹ ਹਾਲਤ ਹੈ ਜਿਹਦਾ ਸਵਾਦ ਉਹ ਲੜਕਾ ਗਾਇਕ ਬਣਨ ਤੋਂ ਪਹਿਲਾਂ ਹੀ ਚੱਖ ਚੁੱਕਾ ਹੈ। ਮੈਂ ਸਮਝਦਾ ਇਹ ਕਾਲਪਨਿਕ ਸਵਾਦ ਨੂੰ ਚੱਖ ਲੈਣਾ ਸਹੀ ਸਵਾਦ ਨੂੰ ਹਾਸਲ ਕਰਨ ਨਾਲੋਂ ਵੀ ਵੱਡਾ ਹੁੰਦਾ ਹੈ। ਇਹ ਬਹੁਤ ਜ਼ਰੂਰੀ ਵੀ ਹੁੰਦਾ ਹੈ। ਅਜੇ ਉਹ ਲੜਕਾ ਕੁਝ ਵੀ ਨਹੀਂ, ਪਰ ਉਹਦੀ ਕਲਪਨਾ ਦੀ ਦੁਨੀਆ ਨੇ ਉਹਨੂੰ ਬਹੁਤ ਕੁਝ ਬਣਾ ਦਿੱਤਾ ਹੈ। ਉਹਦੇ ਸਵਾਦ ਨੂੰ ਹਾਸਲ ਕਰ ਚੁੱਕਾ ਹੈ। ਸੱਚ ਇਹ ਹੈ, ਹੁਣ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ। ਉਹਨੂੰ ਹੁਣ ਕਿਸੇ ਵੀ ਹਾਲਤ 'ਚ ਇਸ ਖੂਨ ਦੇ ਸਵਾਦ ਨੂੰ ਹਾਸਲ ਕਰਨਾ ਹੀ ਹੈ। ਹੁਣ ਇਸ ਲੜਕੇ ਨਾਲ ਦੋ ਹਾਲਤਾਂ ਹੋ ਸਕਦੀਆਂ। ਪਹਿਲੀ ਹਾਲਤ ਇਹ ਕਿ ਹੁਣ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਕਲਪਨਾ ਦੀ ਇਸ ਦੁਨੀਆ ਨੂੰ ਸੱਚਾਈ ਦੀ ਦੁਨੀਆ 'ਚ ਬਦਲੇ। ਅਤੇ ਜੇ ਇਹ ਹਾਲਤ ਹੈ, ਇਸ ਲਈ ਉਹਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਵਿਚਾਰ ਕਰਨਾ ਪਏਗਾ, ਸੋਚਣਾ ਪਏਗਾ ਕਿ ਮੈਂ ਅਜਿਹਾ ਕਿਵੇਂ ਕਰ ਸਕਦਾ। ਸੁਭਾਵਿਕ ਹੈ ਕਿ ਉਹ ਇਹਦੇ ਲਈ ਲੋਕਾਂ ਤੋਂ ਪੁੱਛੇਗਾ, ਉਹਦੇ ਅਨੁਸਾਰ ਆਪਣੀ ਯੋਜਨਾ ਬਣਾਏਗਾ। ਉਹਦੇ ਦਿਮਾਗ 'ਚ ਇਸ ਯੋਜਨਾ ਲਈ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣਗੇ ਕਿ ਉਹ ਕਿਹਦੇ ਕੋਲ ਗਾਉਣਾ ਸਿੱਖਣ ਜਾਵੇ, ਵਿਚਾਰ ਆਉਣਗੇ ਕਿ ਉਹ ਕਿਸ ਤਰ੍ਹਾਂ ਦਾ ਗਾਉਣਾ ਸਿੱਖੇ, ਵਿਚਾਰ ਆਉਣਗੇ ਕਿ ਉਹਨੂੰ ਇਹਦੇ ਲਈ ਹੋਰ ਕੀ ਕੀ ਕਰਨਾ ਚਾਹੀਦਾ ਹੈ, ਉਹ ਆਪਣੇ ਗਲੇ ਨੂੰ ਕਿਵੇਂ ਤੰਦਰੁਸਤ ਰੱਖੇ, ਗਾਉਣ ਲਈ ਕਿਵੇਂ ਮਿਹਨਤ ਕਰੇ ਆਦਿ। ਦੂਜੀ ਹਾਲਤ ਇਹ ਹੋ ਸਕਦੀ ਹੈ, ਉਹ ਇਸ ਕਲਪਨਾ ਲੋਕ ਨੂੰ ਸੱਚਾਈ 'ਚ ਤਬਦੀਲ ਤਾਂ ਕਰਨਾ ਚਾਹ ਰਿਹਾ ਹੈ, ਪਰ ਇਹਦੇ ਲਈ ਕਰਨਾ ਕੁਝ ਨਹੀਂ ਚਾਹ ਰਿਹਾ। ਉਹਨੂੰ ਇਸ ਗੱਲ ਦੀ ਗਲਤਫਹਿਮੀ ਹੋ ਗਈ ਹੈ ਕਿ ਇਹ ਸਾਰਾ ਕੁਝ ਆਪਣੇ ਆਪ ਹੋ ਜਾਏਗਾ ਜਾਂ ਫਿਰ ਥੋੜ੍ਹਾ ਜਿਹਾ ਕੁਝ ਕਰਨ 'ਤੇ ਹੋ ਜਾਏਗਾ। ਇਹ ਲੜਕਾ ਸੁਪਰ ਹਿਊਮਨ ਦੇ ਸਿਧਾਂਤ ਤੋਂ ਵੱਧ ਪ੍ਰਭਾਵਿਤ ਹੈ। ਉਹਨੂੰ ਲੱਗਦਾ ਹੈ ਇੱਕ ਸੁਪਰ ਹਿਊਮਨ ਮੇਰੇ ਜੀਵਨ 'ਚ ਆ ਕੇ ਕੋਈ ਚਮਤਕਾਰ ਕਰ ਦੇਵੇਗਾ। ਮਾਨਸਿਕ ਤੌਰ 'ਤੇ ਭਾਵੇਂ ਸਭ ਕੁਝ ਹੁੰਦਾ ਹੋਵੇ, ਪਰ ਦੋਸਤੋ ਘੱਟੋ ਘੱਟ ਜ਼ਿੰਦਗੀ 'ਚ ਤਾਂ ਅਜਿਹਾ ਨਹੀਂ ਹੁੰਦਾ। ਇਸ ਲੜਕੇ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਨਹੀਂ ਹੋਏਗਾ। ਸੋਚੋ ਫਿਰ ਕੀ ਹੋਏਗਾ। ਫਿਰ ਹੋਏਗਾ ਇਹ ਕਿ ਇਹਦੀ ਕਲਪਨਾ ਦੀ ਦੁਨੀਆ ਅਤੇ ਯਥਾਰਥ ਦੀ ਦੁਨੀਆ ਦਰਮਿਆਨ ਇੱਕ ਚੌੜੀ ਖਾਈ ਬਣ ਜਾਏਗੀ। ਇਹ ਖਾਈ ਉਹਦੀ ਫਰਸਟ੍ਰੇਸ਼ਨ ਦਾ, ਉਹਦੇ ਵਰਤਾਓ ਦਾ ਅਸੰਤੁਲਨ ਦਾ ਅਤੇ ਉਹਦੀ ਸ਼ਖਸੀਅਤ ਦੀ ਅਸਹਿਜਤਾ ਦਾ ਸਭ ਤੋਂ ਵੱਡਾ ਕਾਰਨ ਬਣ ਜਾਏਗੀ। ਅਜਿਹਾ ਇਸ ਲਈ ਹੋਏਗਾ ਕਿਉਂਕਿ ਉਹਨੇ ਖੁਦ ਨੂੰ ਵਿਚਾਰਾਂ 'ਚੋਂ ਵਿਦਡਰਾ ਕਰ ਲਿਆ, ਵਾਪਸ ਖਿੱਚ ਲਿਆ। ਉਹਨੇ ਆਪਣੇ ਦਿਮਾਗ ਨੂੰ ਇਸ ਦਿਸ਼ਾ 'ਚ ਦੌੜਾਇਆ ਹੀ ਨਹੀਂ ਕਿ ਮੈਂ ਕਿਵੇਂ ਇਸ ਕਲਪਨਾ ਦੀ ਦੁਨੀਆ ਨੂੰ ਯਥਾਰਥ ਦੀ ਦੁਨੀਆ 'ਚ ਬਦਲ ਸਕਦਾ। ਆਖਰ ਇਸ ਲਈ ਉਸ ਨੂੰ ਕੁਝ ਕਰਨਾ ਤਾਂ ਪਏਗਾ ਹੀ। ਚਿੱਤਰਕਾਰ ਵੀ ਆਪਣੇ ਦਿਮਾਗ 'ਚ ਆਏ ਹੋਏ ਚਿੱਤਰ ਨੂੰ ਉਦੋਂ ਤੱਕ ਕੈਨਵਸ 'ਤੇ ਨਹੀਂ ਉਤਾਰ ਸਕਦਾ ਜਦੋਂ ਤੱਕ ਉਹ ਬਰੱਸ਼ ਨੂੰ ਹੱਥ 'ਚ ਲੈ ਕੇ ਉਹਨੂੰ ਰੰਗ 'ਚ ਡੁਬੋ ਕੇ ਕੈਨਵਸ 'ਤੇ ਚਲਾਵੇ ਨਾ। ਤੁਸੀਂ ਖੁਦ ਸੋਚ ਕੇ ਦੇਖੋ, ਬਿਨਾਂ ਕੁਝ ਕੀਤੇ ਕੁਝ ਵੀ ਕਿਵੇਂ ਹੋ ਸਕਦਾ ਹੈ? ਇਹ ਹੋ ਹੀ ਨਹੀਂ ਸਕਦਾ। ਤੁਸੀਂ ਇਸ ਸਿਧਾਂਤ 'ਤੇ, ਕੁਦਰਤ ਦੇ ਇਸ ਅਡਿੱਗ ਨਿਯਮ 'ਤੇ ਵਿਸ਼ਵਾਸ ਕਰੋ ਕਿ ਕੁਝ ਕੀਤੇ ਬਿਨਾਂ ਕੁਝ ਨਹੀਂ ਹੋ ਸਕਦਾ। ਇਹ ਤਾਂ ਹੋ ਸਕਦਾ ਹੈ ਕੁਝ ਕਰਨ 'ਤੇ ਵੀ ਕੁਝ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਕੁਝ ਨਾ ਕਰਨ 'ਤੇ ਬਹੁਤ ਕੁਝ ਹੋ ਜਾਏ। ਇਸ ਲੜਕੇ ਨਾਲ ਦਿੱਕਤ ਇਹ ਹੈ ਕਿ ਸੁਪਨੇ ਤੋਂ ਬਾਅਦ ਵਿਚਾਰਾਂ ਦਾ ਜੋ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ ਸੀ, ਉਸ ਸਿਲਸਿਲੇ ਦੀ ਉਹਨੇ ਭਰੂਣ ਹੱਤਿਆ ਕਰ ਦਿੱਤੀ। ਜੇ ਅਸੀਂ ਸਾਰੇ ਸ਼ਾਂਤ ਭਾਵ ਨਾਲ ਬੈਠ ਕੇ ਪੂਰੀ ਗੰਭੀਰਤਾ ਨਾਲ ਆਪਣੇ ਅੰਦਰਲੇ ਮਨ 'ਚ ਝਾਕ ਕੇ ਦੇਖਾਂਗੇ ਸਾਡੇ ਸਾਰਿਆਂ ਅੰਦਰ ਪਤਾ ਨਹੀਂ ਕਿੰਨੇ ਖੁੱਲ੍ਹੀਆਂ ਅੱਖਾਂ ਰਾਹੀਂ ਦੇਖੇ ਜਾਣ ਵਾਲੇ ਸੁਪਨੇ ਦੱਬੇ ਹੈ। ਸਾਡਾ ਅਵਚੇਤਨ ਸਾਡਾ ਆਪਣੇ ਹੀ ਪਤਾ ਨਹੀਂ ਕਿੰਨੇ ਸੁਪਨਿਆਂ ਦਾ ਕਬਰਿਸਤਾਨ ਬਣਿਆ ਹੋਇਆ, ਪਰ ਇਸ 'ਚ ਪਰੇਸ਼ਾਨ ਹੋਣ ਵਰਗੀ ਕੋਈ ਗੱਲ ਨਹੀਂ। ਅਸੀਂ ਆਪਣੇ ਸਾਰੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ। ਇਹ ਸੰਭਵ ਹੀ ਨਹੀਂ ਹੈ, ਇਹ ਜ਼ਰੂਰੀ ਵੀ ਨਹੀਂ ਹੈ, ਕਿਉਂਕਿ ਜੋ ਸਾਰੇ ਸੁਪਨਿਆਂ ਨੂੰ ਪੂਰਾ ਕਰਨ 'ਚ ਲੱਗ ਜਾਂਦਾ ਉਹ ਆਪਣੇ ਇੱਕ ਵੀ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦਾ। ਆਮ ਲੋਕਾਂ ਨਾਲ ਇਹੀ ਹੁੰਦਾ। ਸੁਪਨੇ ਤਾਂ ਅਸੀਂ ਸਾਰੇ ਦੇਖਦੇ ਹਾਂ, ਫਰਕ ਸਿਰਫ ਇਹ ਹੁੰਦਾ ਹੈ ਆਮ ਵਿਅਕਤੀ ਇਹਨਾਂ 'ਚੋਂ ਕਿਸੇ ਇੱਕ ਸੁਪਨੇ ਨੂੰ ਗੂੜ੍ਹੇ ਰੰਗ ਵਿੱਚ ਅਤੇ ਉਹਦੇ ਪੂਰੇ ਸਰੂਪ 'ਚ ਨਹੀਂ ਦੇਖਦਾ। ਉਹ ਹਰ ਸੁਪਨੇ ਦੀ ਇੱਕ ਹਲਕੀ ਜਿਹੀ ਝਲਕ ਹੀ ਦੇਖ ਪਾਉਂਦਾ ਹੈ, ਉਹ ਵੀ ਆਪਣੇ ਅੱਧੇ ਅਧੂਰੇ ਰੂਪ ਨੂੰ। ਇਸ ਲਈ ਉਹਦੇ ਮਨ 'ਚ ਆਪਣੇ ਇਸ ਸੁਪਨੇ ਨੂੰ ਸਾਕਾਰ ਕਰ ਪਾਉਣ ਪ੍ਰਤੀ ਵਿਸ਼ਵਾਸ ਹੀ ਨਹੀਂ
ਆ ਪਾਉਂਦਾ, ਕਿਉਂਕਿ ਉਹਨੇ ਉਹਦਾ ਪੂਰਾ ਚਿਹਰਾ ਦੇਖਿਆ ਹੀ ਨਹੀਂ। ਬਦਕਿਸਮਤੀ ਇਹ ਹੈ ਕਿ ਉਹ ਆਪਣੇ ਇਸ ਸੁਪਨੇ ਨੂੰ ਚੰਗੀ ਤਰ੍ਹਾਂ ਪਛਾਣ ਵੀ ਨਹੀਂ ਪਾਉਂਦਾ। ਇਸ ਲਈ ਉਹ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੇ ਲਗਾਤਾਰ ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਸੁਪਨੇ ਦੇਖਦਾ ਚਲਾ ਜਾਂਦਾ ਹੈ। ਅਤੇ ਇਹਨਾਂ 'ਚੋਂ ਕਈ ਸੁਪਨਿਆਂ ਨੂੰ ਪੂਰਾ ਕਰਨ 'ਚ ਇੱਕ ਵਾਰੀ ਜਾਂ ਫਿਰ ਇੱਕ ਇੱਕ ਕਰਕੇ ਲੱਗ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਉਹ ਕਿਸੇ ਨੂੰ ਵੀ ਪੂਰਾ ਨਹੀਂ ਕਰ ਪਾਉਂਦਾ ਅਤੇ ਉਹਦੇ ਖਾਤੇ ਵਿੱਚ ਕੋਈ ਵੱਡੀ ਉਪਲਬਧੀ ਦਰਜ ਨਹੀਂ ਹੋ ਪਾਉਂਦੀ। ਧੰਨਵਾਦ।